ਜੀ ਕੰਮ ਮਾਸ਼ਾਅੱਲਾ ਤੇ ਜੱਗ ਸ਼ਬੀਰ ਖੁਦ ਕਰ ਰਹੇ ਨੇ ਨਾਲ ਉਹਨਾਂ ਦੇ ਬੇਟੇ ਕਰ ਰਹੇ ਨੇ ਔਰ ਨਾਲ ਮਾਸ਼ਾਅੱਲਾ ਬੜਾ ਸੋਹਣਾ ਕੰਮ ਹੋ ਰਿਹਾ ਨਾਲ ਨਾਲ ਥੋੜੀ ਜਿਹੀ ਕਹਾਣੀ ਵੀ ਸੁਣਾ ਦਿੱਤੀ ਹੈ। ਇਹ ਸਾਡਾ ਜਿਹੜਾ ਨਾ ਟੁੱਟਿਆ ਭੱਜਿਆ ਜ਼ਹੀਰਾ ਆ ਗਿਆ ਸਾਡੇ ਕੋਲ, ਇਹਦੇ ਚ ਹੁਣ ਅਸੀਂ ਪੂਰਾ ਕਰਨੇ ਪਿਆ ਜੋ ਕੁਝ ਵੀ ਹੈ। ਉਹ ਕਾਫੀ ਜਦੋਂ ਕੈਦ ਹੋ ਗਿਆ, ਜਿਨ੍ਹਾਂ ਦੇ ਕੈਦ ਚ ਆ ਗਿਆ, ਪਰੀਆਂ ਦੀ ਕੈਦ ਚ ਆ ਗਿਆ, ਤੇ ਫਿਰ ਉਹ ਪਛਤਾਉਂਦਾ ਸੀ ਕਿ ਮੈਨੂੰ ਜਿਹੜੀ ਮੇਰੇ ਵਾਲਦ ਨੇ ਗੱਲ ਸਿਖਾਈ ਸੀ ਨਾ ਦੋਸਤੋ। ਅੱਜ ਹੀ ਨਾ ਥੋੜਾ ਜਿਹਾ ਟਾਇਲ ਦਾ ਮਸਲਾ ਜਿਹੜਾ ਨਾ ਪੀਸ ਵਧੇ ਪਏ ਹਨ, ਤੇ ਇਹ ਸਾਡੀਆਂ ਸਾਹਮਣੇ ਥੜੀਆਂ ਨੇ। ਅਸੀਂ ਸੋਚਿਆ ਕਿ ਇੱਥੇ ਜਿਹੜਾ ਨਾ ਇਹ ਪੀਸ ਲਾ ਦਿੱਤੇ ਜਾਣ, ਇਹ ਵਾਲੇ ਪੀਸ ਜਿਹੜੇ ਵਧੇ ਪਏ। ਇਹ ਸਾਡਾ ਕਾਰੀਗਰ ਹੈ ਜਿਹੜਾ ਲਾ ਰਿਹਾ। ਹੁਣ ਗੱਲ ਕਰ ਬਈ, ਕੀ ਕਿਹਾ ਹੀ ਅੱਗੇ? ਆਹੋ, ਤੇ ਇਹਨਾਂ ਦੇ ਪੀਸ ਬਣਾ ਕੇ ਨਾ ਪਹਿਲਾਂ ਸਾਰੇ ਇਸ ਤਰ੍ਹਾਂ ਡਿਜ਼ਾਈਨ ਬਣਾ ਕੇ ਲਾ ਛੱਡੋ ਤਾਂ ਕਿ ਥੜੀਆਂ ਜਿਹੜੀਆਂ ਨੇ ਬੈਠਣ ਵਾਸਤੇ ਗਰਮੀਆਂ ਦੇ ਵਿੱਚ ਸਾਫ਼ ਸੁਥਰੀ। ਇਹ ਫਾਲਤੂ ਜਿਹੜੀਆਂ ਟੈਲਾਂ ਹੁੰਦੀਆਂ ਨੇ ਨਾ, ਇਹ ਵੀ ਇਸਤੇਮਾਲ ਵਿੱਚ ਆ ਜਾਂਦੀਆਂ ਨੇ ਕਿ ਜਿੱਥੇ ਤੁਸੀਂ ਖਰਚਾ ਨਹੀਂ ਕਰਨਾ ਚਾਹੁੰਦੇ ਉਸ ਜਗ੍ਹਾ ਦੇ ਉੱਤੇ ਇਸਤੇਮਾਲ ਹੋ ਜਾਂਦੀਆਂ। ਜਿਸ ਤਰ੍ਹਾਂ ਲੋਕੀਆਂ ਨੇ ਨਾ ਦੇਸੀ ਤਰੀਕਾ ਇਲਾਜ, ਸਾਡੇ ਕੋਲ ਵੀ ਇੱਕ ਦੇਸੀ ਤਰੀਕਾ ਹੈ ਮਿਸਤਰੀਆਂ ਤੋਂ ਹਟ ਕੇ, ਤੇ ਅਸੀਂ ਛੁਰੀ ਦਾ ਇਸਤੇਮਾਲ ਵੀ ਕਰ ਲੈਂਦੇ ਹਾਂ ਕਾਂਡੀ ਦੀ ਜਗ੍ਹਾ ਤੇ। ਹਾਲਾਂਕਿ ਕਾਂਡੀਆਂ ਹੈ ਵੇ ਇਹ ਸਾਡਾ ਛੋਟਾ ਕਾਰੀਗਰ ਹੈ, ਇਹ ਥੋੜਾ ਪਰੇਸ਼ਾਨ ਰਹਿੰਦਾ ਕਾਰੀਗਰੀ ਦੀ ਕੰਮ ਕਰਨ ਤੇ ਪਰ ਪਰਾਂ ਮੂੰਹ ਕਰਕੇ ਨਾ ਹੱਸਦਾ ਵੀ ਹੈ ਥੋੜਾ ਥੋੜਾ। ਇਹ ਸਾਡਾ ਜਿਹੜਾ ਨਾ ਟੁੱਟਿਆ ਭੱਜਿਆ ਜ਼ਹੀਰਾ ਆ ਗਿਆ ਸਾਡੇ ਕੋਲ, ਇਹਦੇ ਚ ਹੁਣ ਅਸੀਂ ਪੂਰਾ ਕਰਨੇ ਪਿਆ ਜੋ ਕੁਝ ਵੀ ਹੈ। ਦੋਸਤੋ ਉਹ ਜਿਹੜੀ ਥੜੀ ਬਣ ਗਈ, ਤੇ ਇਸ ਤੋਂ ਬਾਅਦ ਇਹ ਜਿਹੜੇ ਨਾ ਪੀਸ ਅਸੀਂ ਜਿਹੜੇ ਨੇ ਲਾਏ ਨੇ, ਕੁਛ ਵਿੱਚ ਡਿਜ਼ਾਈਨ ਨਜ਼ਰ ਆਉਂਦਾ ਤੇ ਕੁਛ ਇਸ ਤਰ੍ਹਾਂ ਹੀ ਹੈ। ਹਾਂਜੀ, ਇਹ ਅਲੀ ਰਜ਼ਾ ਸਾਹਿਬ ਨੇ ਇਹ ਜਾਮਾ ਜਿਹੜੀਆਂ ਨਾ ਇਹਨਾਂ ਹੀ ਕੀਤੀ ਜੇ। ਹਾਂਜੀ, ਤੇ ਇਹ ਨਾਲ ਇਹਨਾਂ ਦੇ ਬੈਠੇ ਨੇ ਇਹਨਾਂ ਦੇ ਫਨਕਾਰ ਸ਼ਰੋਜ਼ ਗੌਰੀ ਹੈ। ਇਹ ਪੈ ਸਾਨੂੰ ਗੱਲ ਸੁਣਾਉਂਦੇ ਹਨ, ਸਾਡੇ ਬਚਪਨ ਵਿੱਚ ਸਾਡੇ ਦਾਦਾ ਅਬੂ ਸਾਨੂੰ ਗੱਲ ਸੁਣਾਉਂਦੇ ਹੁੰਦੇ ਸਨ, ਤੋਤਿਆ ਮਨਮੋਹਨਿਆ ਐਸ ਗਲੀ ਨਾ ਜਾ, ਐਸ ਗਲੀ ਦੇ ਜੱਟਪੁਰੇ ਤੂੰ ਲੈਂਦੇ ਫੇਰਾ ਪਾ। ਇਹ ਪੁਰਾਣੇ ਵਕਤ ਦੇ ਕਹਾਣੀਆਂ ਵਡੇਰੇ ਸੁਣਾਉਂਦੇ ਹੁੰਦੇ ਸਨ, ਤੇ ਵੇਖੋ ਇੱਕ ਦੂਜੇ ਦਾ ਉਸ ਵਕਤ ਵੀ ਅਹਿਸਾਸ ਕੀਤਾ ਜਾਂਦਾ ਸੀ, ਭਾਵੇਂ ਉਹ ਨਾਂ ਵੀ ਲਿਆ ਨਾ ਉਹਨਾਂ ਵਿੱਚ ਜੱਟਪੁਰੇ, ਲੇਕਿਨ ਜੱਟ ਉਸ ਵਕਤ ਇੰਜੋਏ ਕਰਦੇ ਹਨ ਇਸ ਗੱਲ ਨੂੰ, ਕਿਉਂਕਿ ਉਹ ਬੁਰੇ ਹੈ ਹੀ ਨਹੀਂ ਸਨ ਜਿਹਦੀ ਵਜ੍ਹਾ ਤੋਂ ਇੰਜੋਏ ਕਰਦੇ ਹਨ। ਉਹ ਅਗਰ ਸਮਝਦੇ ਕਿ ਇਸ ਬੰਦੇ ਨੇ ਸਾਨੂੰ ਬੁਰੇ ਆਖਿਆ ਤੇ ਉਹ ਗੁੱਸਾ ਕਰਦੇ, ਕਿਉਂ ਜੀ? ਲੇਕਿਨ ਇਹ ਕਹਾਣੀਆਂ ਹਨ ਬੱਚਿਆਂ ਨੂੰ ਲੋਕੀ ਸੁਣਾਉਂਦੇ ਹੁੰਦੇ ਸਨ, ਔਰ ਬੱਚੇ ਕਹਾਣੀਆਂ ਸੁਣਦੇ ਸੁਣਦੇ ਨਾ ਰਾਤੀ ਸੌ ਜਾਂਦੇ ਹੁੰਦੇ ਹਨ, ਔਰ ਨਾਲ ਵੱਡੇ ਵਡੇਰਿਆਂ ਦੀਆਂ ਗੱਲਾਂ ਸੁਣ ਕੇ ਮਹਿਸੂਸ ਵੀ ਹੁੰਦੇ ਸਨ। ਤੇ ਬਚਪਨ ਵਿੱਚ ਸਾਨੂੰ ਸਾਡੇ ਵਡੇਰੇ ਵੀ ਕਹਾਣੀਆਂ ਸੁਣਾਉਂਦੇ ਹੁੰਦੇ ਹਨ। ਜਦੋਂ ਰਾਤ ਦਾ ਟਾਈਮ ਹੋ ਜਾਣਾ ਨਾ ਤੇ ਨੀਂਦਰ ਨਾ ਪੈਣੀ, ਤੇ ਉਹਨਾਂ ਫਿਰ ਸਾਨੂੰ ਸਮਝਾਉਣ ਵਾਸਤੇ ਗੱਲਾਂ ਸੁਣਾਉਣੀਆਂ। ਉਹ ਗੱਲ ਕੀ ਸੁਣਾਉਂਦੇ ਹਨ ਕਿ ਇੱਕ ਬਾਦਸ਼ਾਹ ਦੀ ਕਹਾਣੀ ਸੁਣਾਉਂਦੇ ਹੁੰਦੇ ਹਨ ਕਿ ਬਾਦਸ਼ਾਹ ਦੇ ਪੁੱਤਰ ਨੂੰ ਨਾ ਬੜਾ ਸ਼ੌਕ ਸੀ ਸ਼ਿਕਾਰ ਖੇਡਣ ਦਾ, ਤੇ ਬਾਦਸ਼ਾਹ ਨੇ ਕਹਿਣਾ ਕਿ ਪੁੱਤਰਾ ਸ਼ਿਕਾਰ ਖੇਡਣ ਜਾ, ਲੇਕਿਨ ਇਹ ਜਿਹੜੀਆਂ 4 ਗੁੱਠਾਂ ਨੇ ਨਾ, ਇਹਨਾਂ ਜੋ 3 ਗੁੱਠਾਂ 'ਚ ਜਾਣਾ, ਚੌਥੇ ਗੁੱਠੇ ਨਹੀਂ ਜਾਣਾ, ਵਰਨਾ ਉੱਥੇ ਪਰੇਸ਼ਾਨੀ ਆ ਸਕਦੀ ਹੈ। ਉੱਥੇ ਕਾਫ ਦੇ ਜਿੰਨ ਰਹਿੰਦੇ ਨੇ, ਪਰੀਆਂ ਰਹਿੰਦੀਆਂ ਨੇ, ਉਹ ਤੈਨੂੰ ਗ੍ਰਿਫਤਾਰ ਕਰ ਲੈਣ ਜਾਂ ਫੜ ਲੈਣ ਜਾਂ ਤੇ ਤਸਾਇਆ ਹੋ ਜਾਵੇ।
ਤੇ ਫਿਰ ਅਸੀਂ ਕੀ ਕਰਾਂਗੇ। ਤੇ ਉਹਨੇ ਸੋਚਿਆ ਕਿ ਜਿਹੜੇ ਪਾਸੇ ਡੱਕਦੇ ਨੇ ਨਾ ਬਾ ਮੈਨੂੰ, ਮੈਂ ਉਸੇ ਪਾਸੇ ਜਾ ਕੇ ਵੇਖਣਾ ਵਾ ਕਿ ਵਾਕਈ ਇੰਝ ਹੀ ਹੈ ਜਿਵੇਂ ਡੱਕਦੇ ਨੇ। ਉਹ ਬਾਦਸ਼ਾਹ ਦਾ ਪੁੱਤਰ ਜਾਂਦਾ ਹੈ ਉਸ ਸਾਈਡ ਤੇ, ਜਦੋਂ ਜਾਂਦਾ ਹੈ ਤੇ ਫਿਰ ਵਾਕਈ ਉਹ ਕੋਕਾਫ ਚਲਾ ਜਾਂਦਾ ਹੈ। ਕੋਕਾਫ ਫਿਰ ਉਹ ਜਿੰਨਾ ਪਰੀਆਂ ਦੀ ਕੈਦ ਵਿੱਚ ਆ ਜਾਂਦਾ ਹੈ, ਫਿਰ ਬੜਾ ਪਛਤਾਉਂਦਾ ਹੈ। ਇਹ ਥੋੜੀ ਸਾਰੀ ਮਿਸਾਲ ਦੇ ਤੌਰ ਤੇ ਗੱਲ ਸੁਣਾਈ ਹੈ ਕਿ ਜਿਹੜੇ ਬੱਚੇ ਜਾਂ ਜਿਹੜੇ ਬੰਦੇ ਆਪਣੇ ਵੱਡੇ ਵਡੇਰੀਆਂ ਦੀਆਂ ਗੱਲਾਂ ਤੇ ਅਮਲ ਨਹੀਂ ਨਾ ਕਰਦੇ, ਉਹ ਪਰੇਸ਼ਾਨੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਨੇ। ਔਰ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਕਿ ਸਾਰੀ ਜ਼ਿੰਦਗੀ ਉਹਦੇ ਵਾਸਤੇ ਪਛਤਾਵਾ ਬਣ ਜਾਂਦੀਆਂ ਨੇ ਕਿ ਮੈਂ ਸ਼ਾਇਦ ਉਸ ਵਕਤ ਗੱਲ ਮੰਨ ਲੈਂਦਾ। ਜਿਸ ਤਰ੍ਹਾਂ ਬਾਦਸ਼ਾਹ ਦਾ ਬੱਚਾ ਜਿਹੜਾ ਉਹ ਕਾਫੀ ਜਦੋਂ ਕੈਦ ਹੋ ਗਿਆ, ਜਿਨ੍ਹਾਂ ਦੇ ਕੈਦ ਵਿੱਚ ਆ ਗਿਆ, ਪਰੀਆਂ ਦੀ ਕੈਦ ਵਿੱਚ ਆ ਗਿਆ, ਤੇ ਫਿਰ ਉਹ ਪਛਤਾਉਂਦਾ ਸੀ ਕਿ ਮੈਨੂੰ ਜਿਹੜੀ ਮੇਰੇ ਵਾਲਦ ਨੇ ਗੱਲ ਕਹੀ ਸੀ ਨਾ ਕਿ ਤਿੰਨਾਂ ਗੁੱਠਾਂ ਜੀ ਕਰ ਲੈ, ਕਿ ਉਹਨੂੰ ਆਉਂਦੇ ਨੇ ਸ਼ਿਕਾਰ, ਤੇ ਚੌਥੀ ਗੁੱਠੇ ਨਾ ਜਾਈ। ਤੇ ਕਾਸ਼ ਮੈਂ ਅੱਜ ਮੰਨੀ ਹੁੰਦੀ ਤੇ ਅੱਜ ਮੈਂ ਆਪਣੇ ਮਾਂ-ਬਾਪ ਕੋਲ ਹੁੰਦਾ, ਔਰ ਮੈਂ ਸ਼ਹਿਜ਼ਾਦਾ ਵਾਂ, ਆਪਣੇ ਬਾਪ ਦਾ ਪੁੱਤਰ ਹਾਂ, ਬਾਦਸ਼ਾਹ ਦਾ ਸ਼ਹਿਜ਼ਾਦਾ ਵਾਂ, ਲੋਕੀ ਮੈਨੂੰ ਸ਼ਹਿਜ਼ਾਦਾ ਆਉਂਦੇ ਨੇ, ਤੇ ਅੱਜ ਮੈਂ ਕੈਦ ਵਿੱਚ ਹਾਂ। ਤੇ ਗੱਲ ਮੰਨੀ ਹੁੰਦੀ ਤੇ ਅੱਜ ਮੈਂ ਕੈਦ ਵਿੱਚ ਨਹੀਂ ਸੀ ਹੋਣਾ। ਮੈਂ ਅੱਜ ਆਪਣੇ ਮਾਂ-ਬਾਪ ਕੋਲ ਹੋਣਾ ਸੀ, ਔਰ ਮਹਿਲ ਦੇ ਵਿੱਚ ਸਾਫ਼ ਸੁਥਰੀ ਜ਼ਿੰਦਗੀ ਗੁਜ਼ਾਰ ਰਿਹਾ ਹੋਣਾ ਸੀ, ਅਯਾਸ਼ੀ ਕਰ ਰਿਹਾ ਹੋਣਾ ਸੀ, ਆਜ਼ਾਦੀ ਦੀ ਜ਼ਿੰਦਗੀ ਗੁਜ਼ਾਰ ਰਿਹਾ ਹੋਣਾ ਸੀ। ਅੱਜ ਮੈਂ ਕੈਦ ਵਿੱਚ। ਦੋਸਤੋ, ਇਹ ਪੁਰਾਣੇ ਵਕਤ ਦੀ ਮੈਂ ਗੱਲ ਸੁਣਾਈ ਹੈ ਤੁਹਾਨੂੰ, ਜਦੋਂ ਅਸੀਂ ਛੋਟੇ ਸਾਂ। ਤੇ ਚੰਗੀ ਲੱਗੇ ਤੇ ਕਮੈਂਟ ਸੈਕਸ਼ਨ ਵਿੱਚ ਦੱਸਿਆ ਜ਼ਰੂਰ। ਹੁਣ ਇਹ ਥੋੜ੍ਹਾ ਜਿਹੜਾ ਕੰਮ ਰਹਿ ਗਿਆ, ਹੁਣ ਇਹ ਕਰ ਲਈ ਅਸੀਂ, ਤੇ ਫਿਰ ਕੋਈ ਗੱਲ ਯਾਦ ਆਈ ਤੇ ਫਿਰ ਤੁਹਾਨੂੰ ਸੁਣਾਵਾਂਗੇ। ਜੀ ਕਿਉਂ ਜੀ ਯਕੀਨ ਹੋ ਰਿਹਾ ਜੀ ਕੰਮ ਸਾਡਾ, ਤੇ ਸ਼ਰੀਰ ਖੁਦ ਕਰ ਰਹੇ ਨੇ, ਨਾਲ ਬੇਟੇ ਕਰ ਰਹੇ ਨੇ, ਔਰ ਨਾਲ ਬੜਾ ਸੋਹਣਾ ਕੰਮ ਹੋ ਰਿਹਾ। ਨਾਲ ਥੋੜੀ ਜਿਹੀ ਕਹਾਣੀ ਵੀ ਸੁਣਾ ਦਿੱਤੀ ਹੈ। ਹੋਰ ਕੋਈ ਹੋਰ ਯਾਦ ਆਈ ਕਹਾਣੀ ਤੇ ਉਹ ਵੀ ਸੁਣਾਵਾਂਗੇ। ਫੇਰ ਯਾਦ ਜ਼ਰੂਰ। ਠੀਕ ਹੈ ਜੀ, ਚਲੋ ਬਾਏ। ਲਓ ਜੀ, ਇਹ ਅਸੀਂ ਪਾਰਕ ਬੈਠਿਆਂ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਹੈ, ਔਰ ਬੈਠਣ ਵਾਸਤੇ ਜਿਹੜੀਆਂ ਥੜੀਆਂ ਨੇ ਉਹਨਾਂ ਨੂੰ ਜਿਹੜਾ ਟਾਇਲ ਦੇ ਵਧੇ ਹੋਏ ਪੀਸ ਸਨ ਛੋਟੇ ਉਹਨਾਂ ਦੇ ਨਾਲ ਸਵਾਰ ਲਿਆ। ਤੇ ਹੁਣ ਦਿਓ ਇਜਾਜ਼ਤ, ਜਿਉਂਦੇ ਰਹੋ, ਵਸਦੇ ਰਹੋ, ਅੱਲਾ ਨਿਗਹਿਬਾਨ।